परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, साखी का सिरलेख है गुरु का लंगर। ये साखी संबंधित है बलवंत सिंह प्रताप नगर। गर्मी की रुत सी, पर बंबई का पौन पानी लगभग सारा साल इक्को जिहा रहिंदा है। सतगुरु जी कलयुगी जियां नूं तारदे बंबई की साध संगत नूं दर्शन दे निहाल करन दा विचार बनाया। संगत नूं सूचना दित्ती गई। संगत नूं सुणदियां सार ही लालियां चढ़ गईयां। सब सुन के हरे हो गए। सतगुरु जी हजूरी सेवका ते कुछ रागियां नूं ते जथेदारां नूं नाल लै न्यू कस्टम हाउस विच जा उतारा किया। सरदार तेजा सिंह, सरदार मुबारक सिंह, भाई दलीप सिंह अते केसर सिंह आदि जामिया विच फुल्ले ना समाउण। दोपहर उपरंत रागियां कीर्तन आरंभिया। हर भेख ने सतगुरु जी के दर्शन किए अते इलाही कीर्तन सुन के गद हो उठे। श्री आलम जी, संत मंगल सिंह जी ते संत इंदर सिंह जी चक्रवर्ती दे आलमाना वखियाना ने ਸਰੋਤਿਆਂ ਨੂੰ बुत बना दिता ते ਉਹ ਇਸੇ ਅਗੰਮੀ ਦੇਸ਼ ਵਿੱਚ ਤਾਰੀਆਂ ਲਾਉਂਦੇ ਘਰਾਂ ਨੂੰ ਮੁੜੇ। ਰਾਤ ਨੂੰ ਸੰਤ ਅਤਰ ਸਿੰਘ ਜੀ ਨੇ ਇੰਦਰ ਮੋਹਣੀਆਂ ਨਾਲ ਹੱਲੇ ਦਾ ਦੀਵਾਨ ਲਾਇਆ। ਦੀਵਾਨ ਦੀ ਕੀ ਉਪਮਾ ਕਰਨੀ ਹੈ, ਸਭ ਰੰਗ ਵਿੱਚ ਰੰਗੇ ਗਏ। ਇੱਕ ਸਤਿਗੁਰਾਂ ਦੇ ਦਰਸ਼ਨ, ਦੂਜੇ ਭੂਤਾ ਪ੍ਰੇਤਾਂ ਦਾ ਕਲਿਆਣ ਕਰਨ ਵਾਲੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਜਾਂਦੀ ਸੀ। ਸੰਤ ਮੌਜ ਵਿੱਚ ਆਏ ਤੇ ਸ਼ਿਕਾਗੋ ਕੰਪਨੀ ਦੇ ਲਾਗੇ ਦੀ ਦੀਵਾਨ ਤੇ ਛਾਲ ਮਾਰ ਜਾ ਚੜੇ ਤੇ ਨ੍ਰਿਤਕਾਰੀ ਆਰੰਭ ਕੀਤੀ। ਸਰੋਤੇ ਤੇ ਦਰਸ਼ਕ ਹੈਰਾਨ ਸਨ ਤੇ ਡਰ ਸੀ ਕਿ ਸੰਤ ਕਿਤੇ ਡਿੱਗ ਕੇ ਹੱਡੀ ਪਸਲੀ ਨਾ ਤੁੜਾ ਬੈਠਣ। ਹੋਸ਼ਾਂ ਵਾਲੇ ਚਾਦਰਾਂ ਪਕੜ ਆਲੇ ਦੁਆਲੇ ਖਲੋ ਗਏ। पर ਜਿਹੜੇ ਮਾਲਕ ਨਾਲ ਇਕਮਿਕ ਹੋਣ ਡਿੱਗਦੇ ਨਹੀਂ ਤੇ ਜੇ ਡਿੱਗ ਵੀ ਪੈਣ ਤਾਂ ਪੱਥਰ ਫੁੱਲਾਂ ਵਿੱਚ ਬਦਲ ਜਾਂਦੇ ਹਨ। ਸਾਰੀ ਸੰਗਤ ਸੂਰਤੀ ਹੋ ਗਈ। ਹੁੰਦੀ ਵੀ ਕਿਉਂ ਨਾ, ਜਦ ਆਸ਼ਕਾਂ ਦੀ ਮਜਲਸ ਹੋਵੇ ਤੇ ਆਸ਼ਕ ਮਸ਼ੂਕ ਆਮਣੇ ਸਾਹਮਣੇ ਹੋਣ ਤਾਂ ਫਿਰ ਮਸਤਾਨੀ ਭੰਵਰਾ ਕਿਉਂ ਨਾ ਪਾਉਣ। ਸੰਤਾਂ ਨੇ ਹੁਣ ਕੰਧ ਉੱਤੇ ਹੀ ਧਾਰਨਾ ਚੁੱਕ ਲਈ। ਤਪ ਹੋ ਗਿਆ ਤਪੱਸਿਆ ਪੂਰਾ, ਫੇਰਾ ਪਾ ਪੰਜਾਬ ਦੇਸ਼ ਨੂੰ। ਰਾਤ ਭੀਜਣ ਨਾਲ ਸੁਰਤਾਂ ਵਧੇਰੇ ਸਤਿਗੁਰੂ ਜੀ ਦੇ ਚਰਨਾਂ ਨਾਲ ਜਾ ਜੁੜੀਆਂ। ਹੁਣ ਸੰਤਾਂ ਹੋਰ ਪ੍ਰਮਾਣ ਛੋਇਆ। ਕਾਪੜ ਤਨ ਨ ਸੁਖਾਵੈ, ਮਰੀਏ ਹਾਵੈ, ਦਾਮਨ ਚਮਕ ਡਰਾਵੈ, ਫਿਰ ਪਾ ਪੰਜਾਬ ਦੇਸ਼ ਨੂੰ ਕਾਪੜ ਤਨ ਨਾ ਸੁਹਾਵੇ। ਇਹ ਕਹਿਣ ਦੇ ਨਾਲ ਹੀ ਤਨ ਦਾ ਕੁੜਤਾ ਲੀਰੋ ਲੀਰ ਕਰ ਦਿੱਤਾ। ਇਸ ਇਸ਼ਾਰੇ ਨੇ ਸਰਦਾਰ ਤੇਜਾ ਸਿੰਘ ਦੇ ਅੰਦਰ ਵੈਰਾਗ ਦਾ ਕਟਕ ਚਾੜ ਦਿੱਤਾ ਤੇ ਉਹ ਵੀ ਲੱਗਾ ਬੰਨੇ ਚੰਨੇ ਤੋੜਨ। ਸਰਦਾਰ ਜੀ ਪਤਲੂਣ ਕੋਟ ਉਤਾਰ ਕੇ ਜਾਂ ਮਸਤਾਨਿਆਂ ਵਿੱਚ ਸ਼ਾਮਿਲ ਹੋਇਆ। ਇਹਨਾਂ ਦੇ ਸੁਰਤੀ ਹੋਣ ਦੀ ਦੇਰ ਸੀ ਕਿ ਨੀਲੀਆਂ ਪੱਗਾਂ ਵੀ ਹਿੱਲਣ ਲੱਗ ਪਈਆਂ। ਸੰਤ ਕੰਧ ਤੇ ਨਿਰਤ ਕਰ ਰਹੇ ਸਨ ਤੇ ਸਰਦਾਰ ਜੀ ਬਿਰਹਾ ਕੁੱਠੇ ਹਾਲੋਂ ਬੇਹਾਲ ਹੋ ਕੰਨ ਤੇ ਹੱਥ ਧਰ ਸੰਗਤ ਨੂੰ ਸੰਬੋਧਨ ਕਰਦਿਆਂ ਇਹ ਕਵਾਲੀ ਛੂ ਦਿੱਤੀ। ਖਬਰਦਾਰ ਨਾਮ ਇਸ਼ਕ ਦਾ ਲੈ ਨਾ ਬਈ ਵੇ, ਜੇ ਆਸ਼ਕ ਵੀ ਹੈ ਤਾਂ ਮੂੰਹੋਂ ਕਹਿ ਨਾ ਬਈ ਵੇ। ਖਤਰਨਾਕ ਮੰਜ਼ਿਲ ਸਫ਼ਰ ਦੂਰ ਦਾ, ਇਰਾਦਾ ਬੁਰਾ ਤੇਰੇ ਦਸਤੂਰ ਦਾ। ਸਰਦਾਰ ਜੀ ਦੇ ਇਹ ਸ਼ਬਦ ਕੀ ਸਨ? ਪ੍ਰੇਮ ਚੰਗਾੜੇ ਸਨ ਜਿਸ ਨੇ ਰਾਮ ਵਿਜੋਗੀਆਂ ਅੰਦਰ ਭਾਂਬੜ ਮਚਾ ਦਿੱਤੇ। ਕੋਈ ਰੂਹ ਹੋਵੇਗੀ ਜਿਹੜੀ ਨਜ਼ਾਰਾ ਤੱਕ ਪੁਕਾਰ ਨਾ ਉੱਠੀ ਹੋਵੇ। ਇਸ ਵੇਲੇ ਤਾਂ ਹੋਸ਼ਾਂ ਵਾਲਿਆਂ ਦੇ ਹੋਸ਼ ਗੁੰਮ ਹੋ ਰਹੇ ਸਨ। ਉਹ ਕੀ ਜਾਣਨ ਇਹ ਕੀ ਮਾਜਰਾ ਹੈ। ਨੇੜੇ ਹੀ ਪਾਰਸੀਆਂ ਦਾ ਬੰਗਲਾ ਸੀ। ਇੱਕ ਪਾਰਸਨ ਨਵ ਯੁਵਤੀ ਦੌੜੀ ਆਈ ਤੇ ਮਾਤਾ ਲక్ష్ਮੀ ਨੂੰ ਆ ਕੇ ਕਹਿਣ ਲੱਗੀ, ਬਾਈ ਢੋਲਕ ਬੰਦ कराओ, अगर हमें भी कुछ हो गया तो फिर क्या बनेगा भाई, फिर क्या बनेगा, जल्दी करो, मैं हाथ जोड़ती हूँ, ढोलक बंद कराओ, मेरे दिल को भी कुछ होने लगा है।
ਮਾਤਾ ਜੀ ਕਿਹਾ, ਬਾਈ ਚਿੰਤਾ ਮਤ ਕਰ, ਇਹ ਈਸ਼ਵਰ ਦੀ ਭਗਤੀ ਕਰ ਰਹੇ ਹਨ, ਤੈਨੂੰ ਕੁਝ ਨਹੀਂ ਹੁੰਦਾ। ਜੇ ਹੋਇਆ ਵੀ ਤਾਂ ਸਾਰਿਆਂ ਨਾਲ ਅਸੀਂ ਵੀ ਤੇਰੇ ਕੋਲ ਹਾਂ। ਉਹ ਵਿਚਾਰੀ ਚੁੱਪ ਕਰ ਗਈ, ਮਗਰ ਦਿਲ ਡੁੱਬਦਾ ਡੁੱਬਦਾ ਜਾਵੇ। ਖੈਰ ਉਸ ਰਾਤ ਨੂੰ 12-1 ਵਜੇ ਭੋਗ ਪਿਆ। ਸੰਗਤਾਂ ਉੱਥੇ ਹੀ ਬਿਰਾਜੀਆਂ। ਸਵੇਰ ਸਾਰ ਵਾਰ ਉਪਰੰਤ ਜਲ ਪ੍ਰਸ਼ਾਦ ਸਾਰਿਆਂ ਉੱਥੇ ਹੀ ਛਕਿਆ। ਆਲਾ ਦੁਆਲਾ ਵਾਹ ਵਾਹ ਕਰ ਰਿਹਾ ਸੀ। ਪਰ ਸਾਰੇ ਪ੍ਰੇਮੀ ਨਹੀਂ ਹੁੰਦੇ ਤੇ ਨਾ ਸਾਰੇ ਅਪ੍ਰੇਮੀ। ਕੁਝ ਪੱਛਮੀ ਤਹਿਜ਼ੀਬ ਦੇ ਅਸਰ ਹੇਠ ਆਇਆ ਵੱਡੇ ਕਸਟਮ ਆਫਿਸਰ ਮਿਸਟਰ ਹਾਜ਼ਪਾਸ ਲਿਖਤੀ ਸ਼ਿਕਾਇਤ ਭੇਜੀ ਕਿ ਰਾਤ ਨੂੰ ਢੋਲਕ ਛੈਣਿਆਂ ਦੀ ਅੱਧੀ ਰਾਤ ਤੱਕ ਦੀ ਆਵਾਜ਼ ਬੇਆਰਾਮ ਕਰਦੀ ਰਹੀ ਹੈ। ਨੀਂਦ ਹੀ ਨਹੀਂ ਪਈ। ਸਿਹਤ ਖਰਾਬ ਹੋਣ ਦਾ ਡਰ ਹੈ। ਪਰੰਤੂ ਮਿਸਟਰ ਹਾਸ 'ਤੇ ਖਾਸ ਕਿਰਪਾ ਸੀ। ਉਸ ਨੂੰ ਬੜਾ ਆਨੰਦ ਆਇਆ ਸੀ। ਮਨ ਵਿੱਚ ਕਿਹਾ, ਮੁਝੇ ਤਾਂ ਕੋਈ ਤਕਲੀਫ ਨਹੀਂ, ਇਹ ਝੂਠ ਹੈ। ਉਸਨੇ ਦਰਖਾਸਤਾਂ ਤਾਂ ਪਾੜ ਦਿੱਤੀਆਂ, ਪਰ ਉਹਨਾਂ ਨੂੰ ਜਵਾਬ ਦਿੱਤਾ, ਤੁਮ ਘਬਰਾਓ ਮਤ, मैं सरदार तेजा सिंह को बोल दूंगा कि बहुत देर तक कीर्तन ना कराए। ਐਵੇਂ ਕਈ ਦਿਨ ਤੇ ਰਾਤਾਂ ਮੰਗਲਾਂ ਚਰਨ ਕਰਦਿਆਂ ਗੁਜ਼ਰੀਆਂ। ਸਤਿਗੁਰੂ ਜੀ ਕਈ ਘਰੀ ਚਰਨ ਪਾ ਕੇ ਉਹਨਾਂ ਦੇ ਗ੍ਰਹਿ ਪਵਿੱਤਰ ਕੀਤੇ। ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਤੇ ਸਵੇਰ ਸ਼ਾਮ ਦੀਵਾਨ ਦਰਸ਼ਨ ਦੇ ਚਕੋਰ ਨੇਤਰਾਂ ਨੂੰ ਠੰਡਕ ਬਖਸ਼ਦੇ। ਇੱਕ ਦਿਨ ਗੁਜਰਾਂਵਾਲੀਏ ਠੇਕੇਦਾਰ ਲਾਲਾ ਈਸ਼ਰ ਦਾਸ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਦਾ ਲੰਗਰ ਮੇਰੇ ਵੱਲੋਂ ਹੋਵੇ। ਸਰਦਾਰ ਜੀ ਠੇਕੇਦਾਰ ਦੀ ਬੇਨਤੀ ਪ੍ਰਵਾਨ ਕਰ ਲਈ। ਉਨੀ ਦਿਨੀ ਦੇਸ਼ ਵਿੱਚ ਰਾਸ਼ਨ ਸਿਸਟਮ ਸੀ। ਠੇਕੇਦਾਰ ਨੇ ਕੋਈ 40-50 ਸ਼ਰੀਰਾਂ ਦੇ ਲੰਗਰ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਜੀ ਉਸ ਦਿਨ ਐਲੀਫੈਂਟਾ ਕੇਵ ਦੇ ਜੀਵਾਂ ਜੰਤੂਆਂ ਨੂੰ ਦਰਸ਼ਨ ਦੇ ਮੁਕਤ ਕਰਨ ਦਾ ਵਿਚਾਰ ਬਣਾਇਆ। ਐਲੀਫੈਂਟਾ ਕੇਵ ਸਮੁੰਦਰ ਦੇ ਵਿੱਚ ਇੱਕ ਰਮਣੀਕ ਥਾਂ ਹੈ। ਉਸ ਨੂੰ ਵੇਖਣ ਵਾਸਤੇ ਯਾਤਰੂਆਂ ਦਾ ਤਾਂਤਾ ਬੱਧਾ ਰਹਿੰਦਾ ਹੈ। ਜਦ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਐਲੀਫੈਂਟਾ ਕੇਵ ਜਾਣਾ ਏ ਤਾਂ ਸਭਨਾਂ ਨਾਲੇ ਪੁੰਨ ਨਾਲੇ ਫਲੀਆਂ ਜਾਣੀਆਂ। ਇੱਕ ਸੈਰ ਸਪਾਟਾ, ਦੂਜਾ ਸਤਿਗੁਰੂ ਜੀ ਦੇ ਦਰਸ਼ਨ। ਖੂਬ ਹੁਮਾ ਕੇ ਸੰਗਤਾਂ ਆਈਆਂ। ਚੰਗੀ ਗਹਿਮਾ ਗਹਿਮੀ ਹੋਈ। ਇਤਨੀ ਸੰਗਤ ਤੇ ਹੋਰ ਦਰਸ਼ਕ ਵੇਖ ਸਰਦਾਰ ਜੀ ਤੇ ਮਾਤਾ ਲక్ష్ਮੀ ਜੀ ਸੋਚਾਂ ਵਿੱਚ ਪੈ ਗਏ ਕਿ ਰਾਸ਼ਨ ਤਾਂ 40-50 ਦਾ ਹੈ ਤੇ ਘਰੋਂ ਲਿਆਂਦਾ ਮਿਲਾ ਕੇ 100 ਕੁ ਸੱਜਣ ਦਾ ਹੈ। ਇਹਨਾਂ 500-600 ਦੀ ਉਧਰ ਪੂਰਤੀ ਕਿਵੇਂ ਹੋਏਗੀ? ਗੁਰੂ ਕਾ ਲੰਗਰ ਹੈ, ਮੋੜਿਆ ਕਿਸੇ ਨੂੰ ਜਾਇਆ ਨਹੀਂ ਜਾ ਸਕਦਾ। ਕਿਵੇਂ ਕੀਤਾ ਜਾਵੇ? ਇਹਨਾਂ ਦੋਹਾਂ ਨੂੰ ਘੁਸਰ ਮੁਸਰ ਕਰਦਿਆਂ ਵੇਖ ਸੰਤ ਬਹਾਦਰ ਸਿੰਘ ਜੀ ਉਹਨਾਂ ਕੋਲ ਆਏ ਤੇ ਪੁੱਛਿਆ, ਸਰਦਾਰ ਜੀ ਕੀ ਗੱਲ ਹੈ? ਕੋਈ ਨਹੀਂ, ਗੱਲ ਤੇ ਜ਼ਰੂਰ ਹੈ, ਤੁਸੀਂ ਜਾਣੀ ਜਾਣੋ। ਸੰਗਤ ਅੰਦਾਜ਼ੇ ਨਾਲ ਵਾਧੇ, ਰਸਦ ਥੋੜ੍ਹੀ ਏ, ਜੰਗਲ ਵਿੱਚੋਂ ਮਿਲਣੀ ਵੀ ਮੁਸ਼ਕਿਲ ਏ। ਹੋਰ ਕੋਈ ਗੱਲ ਨਹੀਂ, ਫਿਰ ਤੁਸੀਂ ਇੱਕ ਪਾਸੇ ਹੋ ਜਾਓ, ਲੰਗਰ ਵਿੱਚ ਮੈਂ ਲੱਗਦਾ ਹਾਂ। ਵੇਖੋ ਕਰਤਾਰ ਦੇ ਰੰਗ। ਸੰਤਾਂ ਬਰਤਨ ਆਪ ਮਾਂਜੇ, ਆਟਾ ਆਪ ਗੁੰਨਿਆ, ਦਾਲਾ ਧਰਵਾ ਦਿੱਤਾ। ਲੰਗਰ ਤਿਆਰ ਹੋ ਗਿਆ। ਉੱਪਰ ਸਵੱਛ ਕੱਪੜਾ ਪਾ ਦਿੱਤਾ ਤੇ ਅਰਦਾਸਾ ਸੋਧ ਲੰਗਰ ਵਰਤਾਉਣਾ ਸ਼ੁਰੂ ਕਰ ਦਿੱਤਾ। ਭਜਨ ਕਰੀ ਜਾਣ ਤੇ ਲੰਗਰ ਵਰਤਾਈ ਜਾਣ। ਸਾਧ ਸੰਗਤ ਲੱਗੀ ਛਕਣ। ਪੂਰੇ 600 ਸੱਜਣ ਤੇ ਸੱਜਣੀਆਂ ਨੇ ਛਕਿਆ। ਛਕ ਕੇ ਤ੍ਰਿਪਤ ਹੋ ਗਏ। ਨਾਮਧਾਰੀਆਂ ਨੇ ਤਾਂ ਆਨੰਦ ਕਹਿਣਾ ਹੀ ਸੀ, ਪਰ ਪੈਂਟਾ ਪਤਲੂਨਾ ਤੇ ਟੋਪੀਆਂ ਨੇ ਵੀ ਛਕ ਕੇ ਇਹੋ ਹੀ ਕਿਹਾ ਕਿ ਬੜਾ ਹੀ ਸਵਾਦ ਆਇਆ ਹੈ। ਦਾਲੇ ਭਾਜੇ ਵਿੱਚ 36 ਪਦਾਰਥਾਂ ਦੇ ਸਵਾਦ ਸਨ। ਸਭ ਛਕਾ ਗਏ, ਪਰ ਸਤਿਗੁਰ ਦੀ ਕਿਰਪਾ ਨਾਲ ਪ੍ਰਸ਼ਾਦੇ ਵੀ ਬਚ ਗਏ ਅਤੇ ਦਾਲਾ ਵੀ ਕਾਇਮ ਰਿਹਾ। ਆਏ ਮਜੂਰਨੀਆਂ ਨੂੰ ਛਕਾਇਆ। ਉਹ ਵੀ ਪ੍ਰਸੰਨ ਹੋ ਗੁਣ ਗਾਉਂਦੇ ਗਏ। ਸਤਿਗੁਰੂ ਜੀ ਆਰਾਮ ਅਸਥਾਨ ਤੋਂ ਉੱਠੇ ਤੇ ਬਾਹਰ ਦਰਸ਼ਨ ਦਿੱਤੇ। 4 ਕੁ ਕਦਮ ਗਏ ਸਨ ਤੇ ਬਚਨ ਕੀਤਾ, ਭਾਈ ਲਿਆ ਬਰਸਾਤੀ। ਭਾਈ ਵਜੀਰ ਸਿੰਘ ਜੀ ਬਰਸਾਤੀ ਲੈ ਆਏ ਤੇ ਸਤਿਗੁਰੂ ਜੀ ਬਰਸਾਤੀ ਗਲੇ ਪਾ ਲਈ। ਸੰਤ ਮੰਗਲ ਸਿੰਘ ਹੋਰਾਂ ਦੇ ਮਨ ਵਿੱਚ ਆਇਆ ਕਿ ਉੱਤੋਂ ਗਰਮੀ ਹੈ, ਸੂਰਜ ਚਮਕ ਰਿਹਾ ਹੈ, ਪਰ ਸਤਿਗੁਰੂ ਜੀ ਬਰਸਾਤੀ ਪਾ ਫੇਰ ਤੁਰ ਰਹੇ ਹਨ। ਬੰਬਈ ਦੇ ਪਾੜੇ ਕੀ ਕਹਿਣਗੇ ਕਿ ਕੁੱਕਿਆਂ ਦੇ ਗੁਰੂ ਨਿਰਮਲ ਆਕਾਸ਼ ਵਿੱਚ ਬਰਸਾਤੀ ਪਾਈ ਫਿਰਦੇ ਹਨ।
ਪਰ ਅੰਤਰਯਾਮੀ ਸਤਿਗੁਰੂ ਜੀ ਸਭ ਕੁਝ ਜਾਣਦੇ ਸਨ। ਫਰਿਸ਼ਤੇ ਹੋਰਾਂ ਦੇ ਮਨ ਵਿੱਚ ਇਹ ਫੁਰਨਾ ਆਇਆ ਹੀ ਸੀ ਕਿ ਪੱਛਮ ਵਾਲੇ ਪਾਸਿਓਂ ਘਟਾ ਉੱਠੀ ਤੇ ਆਨਨ ਫਾਨਨ ਵਿੱਚ ਸਾਰੇ ਆਕਾਸ਼ ਨੂੰ ਬੁੱਕਲ ਵਿੱਚ ਲੈ ਲਿਆ ਤੇ ਲੱਗੀ ਛਮ-ਛਮ ਵਰਖਾ ਹੋਣ। ਸਭ ਦੇ ਸ਼ੰਕੇ ਨਿਵਿਰਤ ਹੋ ਗਏ। ਦਰਸ਼ਕ ਮੂੰਹ ਨਾਲ ਮੂੰਹ ਜੋੜ ਇਉਂ ਗੱਲਾਂ ਕਰ ਰਹੇ ਸਨ, ਇਹ ਗੁਰੂ ਬੜਾ ਸ਼ਕਤੀਸ਼ਾਲੀ ਹੈ, ਬੜੀ ਸ਼ਕਤੀਆਂ ਦਾ ਮਾਲਕ ਹੈ। ਇਹਨਾਂ ਦੇ ਦਰਸ਼ਨ ਵਿੱਚ ਸਵਾਦ, ਇਹਨਾਂ ਦੀ ਬਾਣੀ ਵਿੱਚ ਆਨੰਦ, ਇਹਨਾਂ ਦੇ ਚਿਹਰਿਆਂ 'ਤੇ ਖੇੜਾ, ਇਹਨਾਂ ਦੇ ਲੰਗਰ ਵਿੱਚ ਰਸ। ਇੱਥੇ ਸਵਾਦ ਹੀ ਸਵਾਦ ਹੈ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ, ਰਸ ਹੀ ਰਸ ਹੈ। ਸਾਰੇ ਹੀ ਆਖ ਲਈਏ ਧੰਨ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਉਹਨਾਂ ਦੇ ਚਰਨਾਂ 'ਤੇ ਅਨੇਕਾਂ ਵਾਰ ਡੰਡੌਤ ਬੰਦਨਾ ਹੈ।